Dear student, welcome back to my new lecture. Elastic potential energy in a stretched wire. बेटा बहुत इंपॉर्टेंट टॉपिक है, ਇਹਦੇ ਵਿੱਚ ਥੋੜਾ ਜਿਹਾ ਮੈਥਮੈਟੀਕਲ ਕੰਮ ਆਏਗਾ। देखो बेटा मान लो ਸਾਡੇ ਕੋਲ ਇੱਕ ਵਾਇਰ ਹੈ, ਵਾਇਰ ਦੀ ਜਿਹੜੀ ਲੈਂਥ ਹੈਗੀ ਆ L, ਜਿਹਦਾ ਯੂਨੀਫਾਰਮ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜਾ ਹੈ ਸਾਡੇ ਕੋਲ ਹੈਗਾ A। ਤੇ ਜਦੋਂ ਅਸੀਂ ਵਾਇਰ ਨੂੰ ਖਿੱਚਾਂਗੇ ਉਹਦੇ ਉੱਪਰ ਅਸੀਂ ਸਟ੍ਰੈਚਿੰਗ ਫੋਰਸ ਲਗਾਵਾਂਗੇ ਤੇ ਕੀ ਹੁੰਦਾ ਹੈ, ਇਲਾਸਟਿਸਿਟੀ ਕਰਕੇ ਆਪਣੇ ਆਪ ਇੱਕ ਰੀਸਟੋਰਿੰਗ ਫੋਰਸ ਪੈਦਾ ਹੁੰਦੀ ਹੈ, ਜਿਹਦੇ ਕਰਕੇ ਜਿਹੜੀ ਵਾਇਰ ਹੈ ਆਪਣੀ ओरिजिनल ਸ਼ੇਪ, ਆਪਣੀ ओरिजिनल ਸਾਈਜ਼, ਲੈਂਥ ਦੁਬਾਰਾ ਰੀਗੇਨ ਕਰਦੀ ਹੈ। ਤੇ ਇਹ ਦੋਨੋਂ ਫੋਰਸਿਸ ਇੱਕ ਦੂਜੇ ਦੇ ਆਪੋਜ਼ਿਟ ਹੋਣਗੀਆਂ। ਮੈਂ ਸਟ੍ਰੈਚਿੰਗ ਫੋਰਸ ਨੀਚੇ ਨੂੰ ਲਗਾ ਰਿਹਾ ਤੇ ਰੀਸਟੋਰਿੰਗ ਫੋਰਸ ਜਿਹੜੀ ਹੈ ਉੱਪਰ ਨੂੰ ਲਗਾਣੀ। ਤੇ ਇਹਦਾ ਮਤਲਬ ਕੀ ਹੋਇਆ ਕਿ ਜੇਕਰ ਅਸੀਂ ਵਾਇਰ ਨੂੰ ਸਟ੍ਰੈਚ ਕਰਨਾ ਹੈ ਤਾਂ ਸਾਨੂੰ ਰੀਸਟੋਰਿੰਗ ਫੋਰਸ ਦੇ ਅਗੇਂਸਟ ਵਰਕ ਕਰਨਾ ਪਏਗਾ, ਕਿਉਂਕਿ ਰੀਸਟੋਰਿੰਗ ਫੋਰਸ ਉਹਨੂੰ ਆਪਣੀ ओरिजिनल ਲੈਂਥ ਵੱਲ ਲੈ ਕੇ ਜਾਏਗੀ, ओरिजिनल ਸ਼ੇਪ ਗੇਨ ਕਰਵਾਏਗੀ। ਪਰ ਮੈਂ ਉਹਨੂੰ ਅਸੀਂ ਉਹਨੂੰ ਖਿੱਚਣਾ ਹੈ, then we have to do work against that internal restoring force। ਤੇ ਜਿਹੜਾ ਵਰਕ ਹੁੰਦਾ ਹੈ ਸਾਨੂੰ ਪਤਾ ਹੈ it will get stored in the form of energy, and here the energy will be elastic potential energy in a stretched wire। I think ਤੁਹਾਨੂੰ ਇਹ ਕਲੀਅਰ ਹੋ ਗਿਆ ਕਿ ਇਲਾਸਟਿਕ ਪੋਟੈਂਸ਼ੀਅਲ એનર્ਜੀ ਕਿੱਥੋਂ ਆ ਗਈ ਕਿ ਜਦੋਂ ਵੀ ਵਾਇਰ ਉੱਪਰ weight ਲਗਾਓਗੇ, weight ਕਰਕੇ ਡਾਊਨਵਰਡ ਫੋਰਸ ਲੱਗੇਗੀ, ਰੀਸਟੋਰਿੰਗ ਫੋਰਸ ਪੈਦਾ ਹੋਏਗੀ, ਰੀਸਟੋਰਿੰਗ ਫੋਰਸ ਦੇ ਅਗੇਂਸਟ ਸਾਨੂੰ ਉਹਦੀ ਲੈਂਥ ਵਧਾਣੀ ਪੈਣੀ ਹੈ, and then we have to do work, and that work will get stored in the wire in the form of a elastic potential energy। Now in this diagram, this is a wire, length is L, area of cross section is A, this is the stretching force which is acting vertically downward. Due to this force there is small increase in length delta L, this is small increase in length, and this is the restoring force which is acting in the vertical opposite direction। ਜਿਹੜੀ ਸਾਡੀ ਸਟ੍ਰੈਚਿੰਗ ਫੋਰਸ ਦੇ ਬਿਲਕੁਲ ਉਲਟ ਲੱਗੇਗੀ ਉਹ ਸਾਡੀ ਹੋਗੀ ਬੇਟਾ ਰੀਸਟੋਰਿੰਗ ਫੋਰਸ। ਇਹਦਾ ਮਤਲਬ ਨਿਕਾਲਣੀ ਅਸੀਂ એનર્ਜੀ ਹੈ, એનર્ਜੀ ਨਿਕਾਲਣ ਵਾਸਤੇ ਸਾਨੂੰ ਕੀ ਨਿਕਾਲਣਾ ਪਏਗਾ, ਵਰਕ। ਬਸ ਵਰਕ ਫਾਈਂਡ ਆਊਟ ਕਰ ਲਿਆ ਤੇ ਸਾਡੇ ਜਿਹੜਾ ਹੈ ਇਹ ਆਰਟੀਕਲ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ। ਹਾਂਜੀ ਬੇਟਾ ਕਲੀਅਰ। ਨਾਓ ਪਹਿਲਾਂ ਦੱਸੋ, ਜਦੋਂ ਮੈਂ ਸਟ੍ਰੈਚਿੰਗ ਫੋਰਸ ਨਹੀਂ ਲਗਾਈ, ਬਾਹਰੋਂ ਅਸੀਂ ਸਟ੍ਰੈਚਿੰਗ ਫੋਰਸ ਬੇਟਾ ਨਹੀਂ ਲਗਾਈ ਤੇ ਕੀ ਹੋਏਗਾ ਕਿ ਉਦੋਂ ਕੋਈ ਰੀਸਟੋਰਿੰਗ ਫੋਰਸ ਪੈਦਾ ਹੋਏਗੀ? ਸਟ੍ਰੈਚਿੰਗ ਫੋਰਸ ਨਹੀਂ ਲਗਾਈ ਕਿ ਰੀਸਟੋਰਿੰਗ ਫੋਰਸ ਪੈਦਾ ਹੋਏਗੀ? ਨਹੀਂ ਪੈਦਾ ਹੋਏਗੀ। ਇਹਦਾ ਮਤਲਬ ਜਦੋਂ ਸਟ੍ਰੈਚਿੰਗ ਫੋਰਸ 0 ਤੇ ਰੀਸਟੋਰਿੰਗ ਫੋਰਸ ਵੀ ਜਿਹੜੀ ਹੈ ਸਾਡੀ 0 ਹੋਏਗੀ। ਜਿਉਂ ਹੀ ਅਸੀਂ ਇਹ ਸਟ੍ਰੈਚਿੰਗ ਫੋਰਸ F ਲਗਾ ਦਿੱਤੀ, ਥੱਲੇ weight ਅਟੈਚ ਕਰ ਦਿੱਤਾ ਤੇ ਕੀ ਹੋਏਗਾ, ਨਾਲ ਹੀ ਰੀਸਟੋਰਿੰਗ ਫੋਰਸ ਜਿਹੜੀ ਹੈ ਉਹ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਰੀਸਟੋਰਿੰਗ ਫੋਰਸ ਪਹਿਲਾਂ ਕਿੰਨੀ ਸੀ? 0, ਇਟ ਚੇਂਜਸ ਫਰੋਮ 0 ਟੂ F। ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ? ਜਿੰਨੀ ਸਾਡੀ ਹੈ ਸਟ੍ਰੈਚਿੰਗ ਫੋਰਸ ਹੈਗੀ ਹੈ। ਠੀਕ ਹੋ ਗਿਆ ਬੇਟਾ। ਜਦੋਂ ਅਸੀਂ ਸਟ੍ਰੈਚਿੰਗ ਫੋਰਸ ਲਗਾਵਾਂਗੇ ਨਾਲ ਹੀ ਰੀਸਟੋਰਿੰਗ ਫੋਰਸ ਜਿਹੜੀ ਹੈ ਉਹ 0 ਤੋਂ F ਤੱਕ ਵਧਣੀ ਸ਼ੁਰੂ ਹੋਏਗੀ, ਵੱਧਦੀ ਜਾਏਗੀ, ਜਿੰਨੀ ਅਸੀਂ ਲਗਾਈ ਉਹਦੇ ਬਰਾਬਰ ਹੁੰਦੀ ਜਾਏਗੀ। ਇਹਦਾ ਮਤਲਬ ਜਿਹੜੀ ਰੀਸਟੋਰਿੰਗ ਫੋਰਸ ਹੈ ਇਹ ਤੇ ਕਨਸਟੈਂਟ ਨਹੀਂ ਹੈ। ਇਟ ਫਸਟ ਪਹਿਲਾਂ ਕਿੰਨੀ ਸੀ? 0, ਉਸ ਤੋਂ ਬਾਅਦ ਕਿੰਨੀ ਹੋ ਗਈ? F ਹੋ ਗਈ। ਇਹਦਾ ਮਤਲਬ ਹੈ ਕਿ ਸਾਨੂੰ ਜਿਹੜੀ ਹੈ ਇਹਦੀ ਐਵਰੇਜ ਲੈਣੀ ਪਏਗੀ, ਐਵਰੇਜ ਇੰਟਰਨਲ ਰੀਸਟੋਰਿੰਗ ਫੋਰਸ, ਐਵਰੇਜ ਇੰਟਰਨਲ ਰੀਸਟੋਰਿੰਗ ਫੋਰਸ। ਹਾਂਜੀ ਐਵਰੇਜ ਕਿਵੇਂ ਕੱਢਦੇ ਆ? ਪਹਿਲਾਂ ਕਿੰਨੀ ਸੀ? 0, ਹੁਣ ਕਿੰਨੀ ਹੋ ਗਈ ਬੇਟਾ? F ਡਿਵਾਈਡਡ ਬਾਈ 2, ਇਟ ਵਿਲ ਬੀ F ਓਵਰ 2। ਸਾਡੇ ਕੋਲ ਜਿਹੜੀ ਹੈ ਉਹਦੀ ਐਵਰੇਜ ਇੰਟਰਨਲ ਫੋਰਸ ਕਿੰਨੀ ਆ ਜਾਏਗੀ? F ਓਵਰ 2। ਬੇਟਾ ਕਲੀਅਰ ਹੋ ਰਿਹਾ ਹੈ? ਜੇ ਨਹੀਂ ਕਲੀਅਰ ਹੁੰਦਾ ਦੁਬਾਰਾ ਤੁਸੀਂ ਦੇਖ ਸਕਦੇ ਹੋ, ਮੈਂ ਰਿਪੀਟ ਕਰ ਦੇਣਾ ਹੈ। ਬਸ ਇੰਨਾ ਯਾਦ ਰੱਖਣਾ ਹੈ
ਕਿ ਵਾਇਰ ਦੇ ਵਿੱਚ ਸਟ੍ਰੈਚਡ ਵਾਇਰ ਵਿੱਚ ਪੋਟੈਂਸ਼ੀਅਲ એનર્ਜੀ ਕਿਉਂ ਆਈ ਕਿ ਜਦੋਂ ਵਾਇਰ ਨੂੰ ਅਸੀਂ ਸਟ੍ਰੈਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਉੱਪਰ ਫੋਰਸ ਲਗਾਈ ਰੀਸਟੋਰਿੰਗ ਫੋਰਸ ਸਾਨੂੰ ਖਿੱਚਣ ਨਹੀਂ ਦੇਗੀ ਵਾਇਰ ਨੂੰ ਇਹਦਾ ਮਤਲਬ ਵੀ ਹੈਵ ਟੂ ਡੂ ਵਰਕ ਅਗੇਂਸਟ ਰੀਸਟੋਰਿੰਗ ਫੋਰਸ ਤੇ ਰੀਸਟੋਰਿੰਗ ਫੋਰਸ ਦੇ ਅਗੇਂਸਟ ਕੰਮ ਕਰੋਗੇ ਜਿਹੜਾ ਵਰਕ ਹੋਏਗਾ ਉਹੀਓ ਵਰਕ ਸਾਡਾ ਜਿਹੜਾ ਹੈ ਇੰਟਰਨਲ એનર્ਜੀ ਦੇ ਰੂਪ 'ਚ ਹੋ ਜਾਏਗਾ ਸਟੋਰ ਹੋ ਜਾਏਗਾ ਹੁਣ ਅਸੀਂ ਵਰਕ ਨਿਕਾਲਣਾ ਹੈ ਹੁਣ ਪਹਿਲਾਂ ਦੇਖਿਆ ਕਿ ਰੀਸਟੋਰਿੰਗ ਫੋਰਸ ਸਾਡੀ 0 ਸੀ ਤੇ ਜਦੋਂ ਸਟ੍ਰੈਚਿੰਗ ਫੋਰਸ ਲਗਾਈ ਤੇ ਰੀਸਟੋਰਿੰਗ ਫੋਰਸ ਵੀ ਆਉਣੀ ਸ਼ੁਰੂ ਹੋ ਗਈ ਤੇ ਰੀਸਟੋਰਿੰਗ ਫੋਰਸ ਵੱਧ ਤੋਂ ਵੱਧ ਕਿੰਨੀ ਆਏਗੀ F ਇਟ ਚੇਂਜਸ ਫਰੋਮ 0 ਟੂ F ਤੇ ਇਹਦਾ ਮਤਲਬ ਹੈ ਕਿ ਇਹਦੀ ਸਾਨੂੰ ਐਵਰੇਜ ਨਿਕਾਲਣੀ ਪਏਗੀ ਇਟ ਮੀਨਸ ਐਵਰੇਜ ਰੀਸਟੋਰਿੰਗ ਫੋਰਸ ਕਿੰਨੀ ਹੋਗੀ ਸਾਡੇ ਕੋਲ F ਓਵਰ 2 ਹੋਗੀ ਨਾਓ ਵਰਕ ਡਨ ਹਾਂਜੀ ਬੇਟਾ ਕਿੰਨੂੰ ਫਾਰਮੂਲਾ ਪਤਾ ਹੈ ਵਰਕ ਡਨ in stretching wire in stretching wire wire ਨੂੰ ਅਸੀਂ ਹੁਣ ਖਿੱਚਣਾ ਤੇ ਸਾਨੂੰ ਜਿਹੜਾ ਹੈ ਕਿੰਨਾ ਵਰਕ ਕਰਨਾ ਪਏਗਾ work done in stretching wire is given by average force work done ਦਾ ਫਾਰਮੂਲਾ ਬੇਟਾ ਯਾਦ ਕਰੋ ਫੋਰਸ ਨੂੰ ਡਿਸਪਲੇਸਮੈਂਟ ਦੇ ਨਾਲ ਅਸੀਂ ਮਲਟੀਪਲਾਈ ਕਰ ਦਿੰਦੇ ਆ फोर्स मल्टीप्लाई बाय डिस्प्लेसमेंट तो बेटा इथे एवरेज फोर्स चल रही है एवरेज फोर्स होगी F/2 ਤੇ ਦੱਸੋ बेटा ਹੱਥ ਖੜੇ ਕਰੋ ਜਿੰਨੂੰ ਪਤਾ ਹੈ ਕਿ ਸਾਡੀ ਡਿਸਪਲੇਸਮੈਂਟ ਕਿੰਨੀ ਕੋਈ ਹੋਏਗੀ ਜਿਹੜੀ ਵਾਇਰ ਦੇ ਵਿੱਚ ਐਕਸਟੈਂਸ਼ਨ ਪੈਦਾ ਹੋਈ that is our displacement ਇਹ ਆ ਜਾਏਗੀ ਸਾਡੇ ਕੋਲ बेटा डेल्टा L this is the work done in stretching a wire and this work done इथे ਲਾਈਨ ਲਿਖਾਂਗੇ बेटा ਅਸੀਂ this work done will stored in a wire as a हाँ जी किस तरह स्टोर रहेगा इलास्टिक पोटेंशियल एनर्जी P डॉट ई का मतलब की है इलास्टिक पोटेंशियल एनर्जी साडी है बन जाएगी इट मींस व्हाट इज द फार्मूला फॉर इलास्टिक पोटेंशियल एनर्जी इलास्टिक पोटेंशियल एनर्जी इज गिवन बाय U the पैर च P elastic potential energy is equal to it is 1 over 2 आ देखो बेटा 2 ना डिवाइड है 1 over 2 into की हैगा बच्चे F मल्टीप्लाई की हैगा साडे कोल डेल्टा L this is our elastic potential energy now एक स्टेप ਹੋਰ ਹੈ बेटा देखो ਧਿਆਨ ਨਾਲ ਮੈਂ ਰੱਬ ਕਰਨ ਲੱਗਿਆ ਤੁਸੀਂ ਸਕਰੀਨਸ਼ਾਟ ਲੈਣਾ ਤੇ ਇਹਦਾ ਜਿਹੜਾ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਮੈਂ ਜਿਹੜੀ ਹੈ ਉਹ ਡਾਇਗਰਾਮ ਨੂੰ ਵੀ ਜਿਹੜਾ ਮੈਂ ਨਾਲ ਹੀ ਜਿਹੜਾ ਉਹ ਰੱਬ ਕਰਨ ਲੱਗਾ ਹਾਂਜੀ ਆ ਦੇਖੋ ਡਿਵਾਈਡਿੰਗ ਹਾਂਜੀ ਡਿਵਾਈਡਿੰਗ ਐਂਡ ਮਲਟੀਪਲਾਈ ਬਾਈ AL बेटा AL ਦੇ ਨਾਲ ਅਸੀਂ ਮਲਟੀਪਲਾਈ ਕਰਤਾ AL ਦੇ ਨਾਲ ਜਿਹੜਾ ਹੈ ਆਪਾਂ ਇਹਨੂੰ ਡਿਵਾਈਡ ਕਰਤਾ ਆ ਦੇਖੋ UP equal to 1/2 F into delta L into AL ਨਾਲ ਮਲਟੀਪਲਾਈ ਕਰ ਦਿੱਤਾ ਬੇਟਾ ਤੇ AL ਦੇ ਨਾਲ ਹੀ ਨੀਚੇ ਕੀ ਕਰ ਦਿੱਤਾ ਆਪਾਂ ਇਹਨੂੰ ਡਿਵਾਈਡ ਕਰਤਾ ਹਾਂਜੀ ਕਿਹੜੀ ਸਾਈਡ ਹੈਗੀ ਆ ਹਾਂਜੀ ਰਾਈਟ ਹੈਂਡ ਸਾਈਡ ਇਹ ਨੋਟ ਕਰ ਲਓ ਰਾਈਟ ਹੈਂਡ ਸਾਈਡ ਨੂੰ AL ਦੇ ਨਾਲ ਅਸੀਂ ਮਲਟੀਪਲਾਈ ਕਰ ਦਿੱਤਾ AL ਦੇ ਨਾਲ ਥੱਲੇ ਅਸੀਂ ਉਹਨੂੰ ਡਿਵਾਈਡ ਕਰਤਾ ਨਾਓ ਵਾਟ ਇਜ਼ AL ਬੇਟਾ ਧਿਆਨ ਨਾਲ ਸਮਝੋ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਆ ਫਸਟ ਟਾਈਮ ਜਿਹੜੀ ਆ ਚੀਜ਼ ਆਈ ਹੈ ਨੋਟ ਕਰ ਲਿਓ ਵਾਟ ਇਜ਼ AL ਆ ਦੇਖੋ this is a wire this is the length and this is the area of cross section ਇਹ ਸਾਡਾ ਜਿਹੜਾ ਏਰੀਆ ਹੈ ਜਿਹਨੂੰ ਮੈਂ ਸ਼ੇਡਡ ਕੀਤਾ ਹੈ ਉਹ ਸਾਡੇ ਕੋਲ ਕਿੰਨਾ ਹੈਗਾ A ਹੈਗਾ ਵਾਇਰ ਦੀ ਜਿਹੜੀ ਸ਼ੇਪ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਵਾਇਰ ਦੀ ਸ਼ੇਪ ਕਿਹਦੇ ਵਰਗੀ ਹੁੰਦੀ ਹੈ ਸਿਲੰਡਰ ਵਰਗੀ ਹੁੰਦੀ ਹੈ ਸਿਲੰਡਰ ਦਾ ਬੇਟਾ ਅਸੀਂ ਜਿਹੜਾ ਵੋਲਿਊਮ ਪੜਿਆ ਸਿਲੰਡਰ ਦਾ ਜਿਹੜਾ ਵੋਲਿਊਮ ਹੈ ਸਭ ਨੂੰ ਪਤਾ ਹੈ ਪਾਈ ਆਰ ਸਕੁਅਰ H ਸਿਲੰਡਰ ਦਾ ਵੋਲਿਊਮ ਪਾਈ ਆਰ ਸਕੁਅਰ H ਇਹ ਤੁਸੀਂ ਪੜਿਆ ਹੋਇਆ 10ਵੀਂ ਕਲਾਸ ਚ ਜਾਂ 9th ਕਲਾਸ ਚ ਜਿੱਥੇ ਵੀ ਪੜਿਆ ਉਹ ਸਿਲੰਡਰ ਦਾ ਵੋਲਿਊਮ ਉਹ ਕਿੰਨਾ ਹੋ ਗਿਆ ਪਾਈ ਆਰ ਸਕੁਅਰ H ਨਾਓ ਵਾਟ ਇਜ਼ ਦਿਸ ਪਾਈ ਆਰ ਸਕੁਅਰ ਤੇ ਏਰੀਆ this much
इट मीनस पाई आर स्केयर की जगह पे मैं ए लिख दांगा। क्लियर। व्हाट इज एच? इट इज अ हाइट ऑफ सिलेंडर, पर मैं हाइट केड़ी लिख रहा इत्थे एल, ਇਹਦਾ मतलब साडे कोल एच की जगह ते की आ गया एल आ गया। इट मीन व्हाट डज एल रिप्रेजेंट? एरिया इनटू लेंथ। इट रिप्रेजेंट द वॉल्यूम ऑफ ए सिलेंडर एंड सिलेंडर वर्गी शेप की दी हैगी साडी वायर दी। इट मीनस इट इज द वॉल्यूम ऑफ दैट पोर्शन ऑफ वायर। ਜਿਹੜਾ ਤੁਸੀਂ ਉਹ ਵਾਇਰ ਲਈ ਜੇ ਜਿਹਦੀ ਲੈਂਥ L ਹੈ, ਜਿਹਦਾ ਏਰੀਆ A ਹੈ, AL ਕੀ ਚੀਜ਼ ਹੈ? ਉਹਦਾ ਵੋਲਿਊਮ ਹੁੰਦਾ ਹੈ। ਇਹ ਯਾਦ ਰੱਖਣਾ ਹੈ, ਇਹਨੂੰ ਨੋਟ ਕਰ ਲਓ ਸਾਈਡ ਤੇ, ਕਿਉਂਕਿ ਇਹ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਵੈਸੇ ਵੋਲਿਊਮ ਦਾ ਫਾਰਮੂਲਾ ਪਾਈ ਆਰ ਸਕੁਅਰ H ਲਿਖਦੇ ਰਹੋ ਤੁਸੀਂ, ਤੇ ਪਾਈ ਆਰ ਸਕੁਅਰ ਦੀ ਜਗ੍ਹਾ ਤੇ ਏਰੀਆ ਲਿਖ ਲਿਆ, ਤੇ ਜਿਹੜੀ ਲੈਂਥ ਹੈਗੀ ਸਾਡੀ H ਨਹੀਂ ਲਿਖੀ, ਅਸੀਂ L ਲਿਖੀ ਹੋਈ ਹੈ, ਅਸੀਂ L ਲਿਖ ਦਿੱਤੀ। ਇਟ ਵਿਲ ਬਿਕਮ ਦਾ ਵੋਲਿਊਮ ਆਫ ए ਵਾਇਰ। ਠੀਕ ਹੋ ਗਿਆ। AL ਨਾਲ ਅਸੀਂ ਮਲਟੀਪਲਾਈ ਕਰ ਦਿੱਤਾ ਤੇ AL ਦੇ ਨਾਲ ਹੀ ਅਸੀਂ ਬੇਟਾ ਇਹਨੂੰ ਅਸੀਂ ਡਿਵਾਈਡ ਕਰਤਾ। ਨਾਓ ਪਲੀਜ਼ ਨੋਟ ਡਾਊਨ 1/2 ਦਾ 1/2। ਆ ਦੇਖੋ F ਦਾ F, ਗੌਰ ਕਰੋ ਮੈਂ ਕੀ ਕੀਤਾ, ਇਹਦੇ ਥੱਲੇ A ਲੈ ਗਿਆ। ਕਿਉਂ ਲੈ ਗਿਆ ਸੋਚਿਓ ਜਰਾ। F/A ਤੇ ਜਿਹੜਾ ਡੈਲਟਾ L ਹੈ ਉਹਦੇ ਥੱਲੇ ਮੈਂ L ਲੈ ਗਿਆ ਤੇ ਇਨਟੂ ਸਾਡਾ ਉੱਪਰ ਕਿੰਨਾ ਹੈਗਾ AL। ਨਾਓ ਯੂ ਕੈਨ ਰਾਈਟ, ਹਾਂਜੀ ਜਿਹਨੂੰ ਯਾਦ ਹੈ ਬੋਲੋ 1/2 ਦਾ 1/2। what is F/A? force, restoring force acting per unit area. it is our ਹਾਂਜੀ ਬੇਟਾ stress delta L/L। this is strain ਹੈਗੀ longitudinal strain। this is our ਕਿੰਨੀ ਹੋਗੀ ਬੇਟਾ stress and this is what is AL? it is the volume of wire। ਇਹ ਵਾਇਰ ਦਾ ਕੀ ਆ ਗਿਆ ਬੇਟਾ ਸਾਡੇ ਕੋਲ ਵੋਲਿਊਮ ਆ ਗਿਆ। ਇਟ ਮੀਨਸ ਸਾਡੀ ਜਿਹੜੀ ਪੋਟੈਂਸ਼ੀਅਲ એનર્ਜੀ ਜਿਹੜੀ ਹੈ ਇਲਾਸਟਿਕ ਪੋਟੈਂਸ਼ੀਅਲ એનર્ਜੀ ਨੇ ਵਾਇਰ ਉਹ ਕਿੰਨੀ ਹੁੰਦੀ ਹੈ 1/2 ਸਟ੍ਰੈਸ ਨੂੰ ਸਟ੍ਰੇਨ ਨਾਲ ਮਲਟੀਪਲਾਈ ਕਰੋ, ਨਾਲ ਜਿਹੜਾ ਹੈ ਵੋਲਿਊਮ ਨਾਲ ਮਲਟੀਪਲਾਈ ਕਰ ਦੋ। ਦਿਸ ਇਜ਼ ਦਾ ਫਾਰਮੂਲਾ ਟੂ ਕੈਲਕੂਲੇਟ ਦੀ ਇਲਾਸਟਿਕ ਪੋਟੈਂਸ਼ੀਅਲ એનર્ਜੀ ਆਫ ਸਟ੍ਰੈਚਡ ਵਾਇਰ। ਨਾਓ ਜੇਕਰ ਸਾਨੂੰ ਬੇਟਾ ਪੁੱਛਿਆ ਜਾਏ ਇਲਾਸਟਿਕ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ ਕਿੰਨੀ ਹੋਏਗੀ? ਇਲਾਸਟਿਕ, ਧਿਆਨ ਨਾਲ ਦੇਖੋ, ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ। ਇਲਾਸਟਿਕ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ ਦਾ ਮਤਲਬ ਇਹਨੂੰ ਅਸੀਂ ਛੋਟੇ UP ਨਾਲ ਲਿਖਾਂਗੇ। ਇਲਾਸਟਿਕ ਇਹ ਕੈਪੀਟਲ U ਜੇ ਸਮਾਲ। इट इज इलास्टिक पोटेंशियल एनर्जी पर यूनिट वॉल्यूम। किवें कटोगे? जिन्नी पोटेंशियल एनर्जी है ओनू तुसी कादे नाल डिवाइड कर दोगे? वॉल्यूम दे नाल। इलास्टिक पोटेंशियल एनर्जी पर यूनिट वॉल्यूम विल बी टोटल एनर्जी नू वॉल्यूम में डिवाइड कर दो। हाँ जी, टोटल एनर्जी कितनी है? टोटल एनर्जी 1/2 इंटू स्ट्रेस इंटू स्ट्रेन इंटू वॉल्यूम कितना है AL। आ देखो नाल वॉल्यूम है ते डिवाइडेड बाय वॉल्यूम। वॉल्यूम कितना हो गया AL ना AL की हो जाएगा साडे कोल कैंसल एंड वी गेट ओनली 1/2 इनटू स्ट्रेस। हाँ जी बेटा, इनटू कितना आ गया स्ट्रेन। दिस इज आवर इलास्टिक पोटेंशियल एनर्जी पर यूनिट वॉल्यूम। बेटा आ भी फार्मूला सही है। जे इस तक करना है इस तक कर लो। ਜੇ ਤੁਹਾਨੂੰ ਪੁੱਛਿਆ ਜਾਵੇ ਇਲਾਸਟਿਕ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ ਵੀ ਕੱਢਣੀ ਹੈ ਤੇ ਤੁਸੀਂ ਕੀ ਕਰੋਗੇ? ਟੋਟਲ એનર્ਜੀ ਨੂੰ ਵੋਲਿਊਮ ਦੇ ਨਾਲ ਜਿਹੜੀ ਹੈ ਨੀਚੇ ਡਿਵਾਈਡ ਕਰ ਦੋਗੇ। ਦੈਨ ਯੂ ਵਿਲ ਗੈਟ ਇਲਾਸਟਿਕ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ। ਦੈਨ ਵੀ ਵਿਲ ਗੈਟ ਇਲਾਸਟਿਕ ਪੋਟੈਂਸ਼ੀਅਲ એનર્ਜੀ ਪਰ ਯੂਨਿਟ ਵੋਲਿਊਮ। ਆਈ ਥਿੰਕ ਬੇਟਾ ਤੁਹਾਨੂੰ ਇੱਥੋਂ ਤੱਕ ਸਾਰਾ ਜਿਹੜਾ ਹੈ ਉਹ ਲੈਕਚਰ ਮੇਰਾ ਜਿਹੜਾ ਹੈ ਉਹ ਕਲੀਅਰ ਹੋ ਗਿਆ। ਇਸ ਤੋਂ ਬਾਅਦ ਅਸੀਂ ਇੱਕ ਛੋਟਾ ਜਿਹਾ ਟੌਪਿਕ ਡਿਸਕਸ ਕਰਾਂਗੇ ਜਿਹਦਾ ਨਾਮ ਹੈ ਪੋਇਜ਼ਨ ਰੇਸ਼ੋ। ਪਹਿਲਾਂ ਅਸੀਂ ਬਲੈਕ ਬੋਰਡ ਜਿਹੜਾ ਮੈਂ ਸਾਫ਼ ਕਰ ਲੈਣਾ, ਨਾਲ ਆਪਾਂ ਉਹ ਵੀ ਡਿਸਕਸ ਕਰਨਾ। Now the next topic is what is Poisson's ratio? Poisson ratio is the ratio of lateral strain to the longitudinal strain। बेटा दो strain ਦੀ ਜਿਹੜੀ ਰੇਸ਼ੋ ਹੈ ਉਸ ਨੂੰ ਅਸੀਂ Poisson ratio ਬੋਲਦੇ ਹਾਂ। ਸਿਗਮਾ ਦੇ ਨਾਲ ਇਹਨੂੰ ਡਿਨੋਟ ਕਰਦੇ ਹਾਂ। ਇਹ ਵਰਡ ਨੂੰ ਅਸੀਂ ਕੀ ਪੜ੍ਹਨਾ ਹੈ? ਸਿਗਮਾ।
ਤੇ ਕਾਦੀ ਰੇਸ਼ੋ ਹੈ, ਉੱਪਰ ਲੇਟਰਲ ਸਟ੍ਰੇਨ ਤੇ ਥੱਲੇ ਤੁਹਾਡੇ ਕੋਲ ਕਿਹੜੀ ਹੈਗੀ ਹੈ, ਲੌਂਗੀਟਿਊਡਨਲ ਸਟ੍ਰੇਨ। ਹੁਣ ਪਹਿਲਾਂ ਦੇਖਾਂਗੇ ਕਿ ਲੇਟਰਲ ਸਟ੍ਰੇਨ ਕੀ ਚੀਜ਼ ਹੈ। ਹਾਂਜੀ ਦੇਖੋ ਬੇਟਾ, ਜੇਕਰ ਸਾਡੇ ਕੋਲ ਇੱਕ ਵਾਇਰ ਹੈ ਜਿਹਦੀ ਲੈਂਥ L ਹੈ, ਇਹਨੂੰ ਸਟ੍ਰੈਚ ਕਰੋਗੇ, ਜਦੋਂ ਖਿੱਚੋਗੇ ਲੈਂਥ ਤੇ ਬੇਟਾ ਇਹਦੀ ਇੰਕਰੀਜ਼ ਹੋਏਗੀ। ਬੇਟਾ ਜਦੋਂ ਲੈਂਥ ਵਧੇਗੀ, ਗੌਰ ਕਰੋ, ਜਦੋਂ ਲੈਂਥ ਵਧਾਓਗੇ ਤੇ ਉਹਦਾ ਜਿਹੜਾ ਏਰੀਆ ਘਟੇਗਾ। ਜਦੋਂ ਕਿਸੇ ਚੀਜ਼ ਨੂੰ ਖਿੱਚੋਗੇ, ਲੰਬਾ ਕਰਨ ਦੀ ਕੋਸ਼ਿਸ਼ ਕਰੋਗੇ, ਉਹਦੀ ਮੋਟਾਈ ਤੇ ਫਰਕ ਪਏਗਾ, ਉਹਦਾ ਰੇਡੀਅਸ ਘਟੇਗਾ। ਇਹਦੇ ਨਾਲ ਜਿਉਂ-ਜਿਉਂ ਲੈਂਥ ਵੱਧਦੀ ਜਾਏਗੀ ਤੇ ਵਾਇਰ ਦਾ ਜਿਹੜਾ ਰੇਡੀਅਸ ਹੈ ਨਾ ਬੇਟਾ, ਉਹ ਘਟਦਾ ਜਾਏਗਾ। ਤੇ ਜਿਹੜਾ ਉਹ ਚੇਂਜ ਆਈ ਰੇਡੀਅਸ ਦੇ ਵਿੱਚ, ਉਹਨੂੰ ਅਸੀਂ ਬੋਲਦੇ ਹਾਂ ਲੇਟਰਲ ਸਟ੍ਰੇਨ। ਜਿਹੜਾ ਰੇਡੀਅਸ ਵਿੱਚ ਚੇਂਜ ਆਂਦੀ ਹੈ ਉਹਨੂੰ ਬੋਲਦੇ ਹਾਂ ਲੇਟਰਲ ਸਟ੍ਰੇਨ। ਜਿਸ ਤਰ੍ਹਾਂ ਲੇਟਰਲ ਸਟ੍ਰੇਨ ਡੈਲਟਾ ਆਰ ਓਵਰ ਆਰ, ਜਿਸ ਤਰ੍ਹਾਂ ਬੇਟਾ ਸਾਡੀ ਜਿਹੜੀ ਲੌਂਗੀਟਿਊਡਨਲ ਸਟ੍ਰੇਨ ਕੀ ਹੈ, ਚੇਂਜ ਇਨ ਲੈਂਥ ਓਵਰ ਓਰੀਜਨਲ ਲੈਂਥ। ਤੇ ਇੱਥੇ ਲੇਟਰਲ ਸਟ੍ਰੇਨ ਕਿਹੜੀ ਹੋਏਗੀ, ਚੇਂਜ ਇਨ ਰੇਡੀਅਸ ਓਵਰ ਕੀ ਆਏਗਾ ਸਾਡੇ ਕੋਲ, ਓਰੀਜਨਲ ਰੇਡੀਅਸ। ਆਈ ਥਿੰਕ ਬੇਟਾ ਤੁਹਾਨੂੰ ਕਲੀਅਰ ਹੋ ਗਿਆ। ਜਦੋਂ ਵਾਇਰ ਨੂੰ ਖਿੱਚੋਗੇ ਲੈਂਥ ਵਧੇਗੀ, ਪਰ ਉਹਦਾ ਜਿਹੜਾ ਵਾਇਰ ਦਾ ਰੇਡੀਅਸ ਹੈ, ਠੀਕ ਹੈ, ਉਹ ਘਟਣਾ ਸ਼ੁਰੂ ਹੋਏਗਾ। ਇਹਦਾ ਮਤਲਬ ਦੋ ਸਟ੍ਰੇਨ ਪੈਦਾ ਹੁੰਦੀਆਂ ਨੇ, ਇੱਕ ਲੌਂਗੀਟਿਊਡਨਲ ਸਟ੍ਰੇਨ ਤੇ ਨਾਲ ਇੱਕ ਸਟ੍ਰੇਨ ਹੋਰ ਚੱਲਦੀ ਹੈ ਜਿਹਦਾ ਨਾਮ ਹੈਗਾ ਸਾਡੇ ਕੋਲ ਲੇਟਰਲ ਸਟ੍ਰੇਨ। ਐਂਡ ਲੇਟਰਲ ਸਟ੍ਰੇਨ ਦਾ ਫਾਰਮੂਲਾ ਡੈਲਟਾ ਆਰ ਓਵਰ ਆਰ। ਮਾਈਨਸ ਕਿਉਂ ਲਗਾਇਆ, ਕਿਉਂਕਿ ਰੇਡੀਅਸ ਜਿਹੜਾ ਸਾਡਾ ਡਿਕਰੀਜ਼ ਹੋ ਰਿਹਾ, ਦੈਟਸ ਵਾਈ ਆਈ ਹੈਵ ਪੁੱਟ ਦਾ ਨੈਗੇਟਿਵ ਸਾਈਨ, ਬਟ ਹੇਅਰ ਇਜ਼ ਡੈਲਟਾ ਐਲ ਓਵਰ ਐਲ। ਇਹ ਦੋਨਾਂ ਦੀ ਜਿਹੜੀ ਰੇਸ਼ੋ ਹੈ, ਦੋਨਾਂ ਸਟ੍ਰੇਨ ਦੀ ਰੇਸ਼ੋ, ਇਹਨੂੰ ਅਸੀਂ ਪੋਇਜ਼ਨ ਰੇਸ਼ੋ ਬੋਲਦੇ ਹਾਂ। ਕਿੰਨਾ ਆ ਗਿਆ, ਮਾਈਨਸ ਡੈਲਟਾ ਆਰ ਓਵਰ ਆਰ ਮਲਟੀਪਲਾਈ ਹੋ ਗਿਆ, ਇਹ ਵੈਲਿਊ ਉਲਟ ਗਈ, L ਓਵਰ ਕਿੰਨਾ ਆ ਗਿਆ ਸਾਡੇ ਕੋਲ, ਡੈਲਟਾ L। And here I have written negative sign show that when the length increased, the radius of the wire decreases. This is the Poisson ratio. I think ਬੇਟਾ ਤੁਹਾਨੂੰ ਅੱਜ ਦਾ ਟੌਪਿਕ ਵੀ ਕਲੀਅਰ ਹੋ ਜਾਏਗਾ, ਠੀਕ ਹੈ। ਤੇ ਧਿਆਨ ਨਾਲ ਇਹਨੂੰ ਕਰਨਾ ਹੈ। ਇੱਕ ਕੱਲ ਦਾ ਟੌਪਿਕ ਮੈਨੂੰ ਦਿੱਤਾ ਹੋਇਆ ਤੁਹਾਨੂੰ ਹਲੇ ਕਿ ਸਟ੍ਰੈਸ ਤੇ ਸਟ੍ਰੇਨ ਦਾ ਰਿਲੇਸ਼ਨਸ਼ਿਪ ਬਹੁਤ ਇੰਪੋਰਟੈਂਟ ਹੈ, ਉਹਨੂੰ ਵੀ ਕਰੋ। ਪਲੱਸ ਬੇਟਾ ਇਹ ਨਾਲ ਦੇ ਨਾਲ ਇਹ ਟੌਪਿਕ ਜ਼ਰੂਰ ਕਰੋ, ਤਾਂ ਜੋ ਸਾਡਾ ਜਿਹੜਾ ਫਸਟ ਪਾਰਟ ਜਿਹੜਾ ਹੈਗਾ ਸਾਡਾ ਪ੍ਰੋਪਰਟੀ ਆਫ ਮੈਟਰ ਦਾ ਸੋਲਿਡ ਵਾਲਾ, ਉਹ ਸਾਡਾ ਜਿਹੜਾ ਹੈ ਉਹ ਕੰਪਲੀਟ ਹੋ ਸਕੇ। ਥੈਂਕ ਯੂ।